वाहिगुरु साहिब जी तुमरी शरण तुम्हारी आसा। तुम ही सज्जन सुहेले राखो राखणहार दयाला। नानक घर के गोले धन वाहिगुरु साहिब जीओ। श्लोक आद सच जुगाद सच है भे सच। नानक होसी भे सच। अष्टपदी चरण सत सत परसनहार। पूजा सत सत सेवदार। दर्शन सत सत पेखनहार। नाम सत सत ध्यावनहार। आप सत सत सब धारी। आपे गुणकारी। शब्द सत सत प्रभ बक्ता। सुरत सत सत जस सुनता। बूझनहार कौ सत सब होए। नानक सत सत प्रभ सोए। सत स्वरूप हृदय जिन मानिया। करन करावन तिन मूल पछानिया। जाकै हृदय विसास प्रभ आया। जाकै हृदय विसास प्रभ आया। तत ज्ञान तिस मन प्रगटाया। भै ते निरभउ होए बसाना। जिस ते उपजिया तिस माहे समाना। बस्त माहेले बस्त गड़ाई। ताको भिन्न न कहना जाई। बस्त माहेले बस्त गढ़ाई। ताको भिन्न न कहना जाई। बूझै बूझनहार विवेक। नारायण मिले नानक टेक। ठाकुर का सेवक आज्ञाकारी। ठाकुर का सेवक सदा पुजारी। ठाकुर के सेवक कै मन प्रतीत। नानक ठाकुर के सेवकी निर्मल रीत। ठाकुर के सेवकी निर्मल रीत। ठाकुर का सेवक जानै संग। प्रभ का सेवक नाम कै रंग। सेवक प्रभ पालनहारा। सेवक की राखै निरंकारा। सो सेवक जिस दया प्रभ धारै। नानक सो सेवक सास सास समारै। अपने जन का पर्दा ढाकै। अपने सेवक की सर पर राखै। अपने दास को दे बढ़ाई।
अपने सेवको नाम जपाई। अपने सेवकी आपत राखै, ताकि गत मित कोय न लखै। प्रभ के सेवक को न पहुँचै, प्रभ के सेवक ऊंच ते ऊंचे। जो प्रभ अपनी सेवा लाया, नानक सो सेवक दहादिस प्रगटाया। जो प्रभ अपनी सेवा लाया, नानक सो सेवक दहादिस प्रगटाया। परम सन्मान जोग जुगो जुग अटल चवर तख्त दे मालक ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹਿਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 285। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਬੈਠੀ ਹੈ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਮੁਬਾਰਕ ਬਾਣੀ ਸੁਖਮਣੀ ਸਾਹਿਬ। ਲੜੀਵਾਰ ਆਪਾਂ ਜੋ ਵਿਚਾਰ ਕਰ ਰਹੇ ਹਾਂ, ਲੜੀਵਾਰ 17 ਨੰਬਰ ਅਸ਼ਟਪਦੀ ਹੈ ਜੀ। ਇਹ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇਹ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ। ਇੱਕ ਸ਼ਲੋਕ ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਉੱਥੇ ਸ਼ਬਦ ਆਇਆ ਜੀ ਹੈ ਭੀ ਸੱਚ, ਇੱਥੇ ਭੇ ਸੱਚ ਹੈ। ਥੋੜ੍ਹਾ ਅੰਤਰ ਹੈ ਸਿਹਾਰੀ ਤੇ ਬਿਹਾਰੀ ਦਾ। ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ ਮੂਲ ਮੰਤਰ ਤੋਂ ਬਾਅਦ, ਉੱਥੇ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇੱਥੇ ਭੇ ਸੱਚ ਲਿਖਿਆ ਹੋਇਆ ਹੈ। ਇੱਥੇ ਸਿਹਾਰੀ ਲੱਗੀ ਹੋਈ, ਉੱਥੇ ਬਿਹਾਰੀ ਲੱਗੀ ਹੋਈ ਹੈ। ਸੋ ਗੁਰੂ ਸਾਹਿਬ ਜੀ ਅਰਥ ਸੇਮ ਇੱਕੋ ਹੀ ਬਣਦੇ ਨੇ, ਗੁਰੂ ਨਾਨਕ ਸਾਹਿਬ ਦੇ ਸ਼ਲੋਕ ਦੇ ਵੀ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਦੇ ਵੀ। ਸਤਿਗੁਰੂ ਜੀ ਕਹਿ ਰਹੇ ਨੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਸੱਚ ਦਾ ਅਰਥ ਹੁੰਦਾ ਜੀ ਸਦਾ ਥਿਰ ਰਹਿਣ ਵਾਲਾ, ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ, ਕਾਇਮ ਹਸਤੀ, ਸਦਾ ਕਾਇਮ ਰਹਿਣ ਵਾਲੀ ਹਸਤੀ। ਆਦ ਦਾ ਅਰਥ ਹੁੰਦਾ ਮੁੱਢ ਤੋਂ, ਜੁਗਾਦ ਦਾ ਅਰਥ ਹੁੰਦਾ ਜੁਗਾਂ ਤੋਂ। ਨਾਨਕ ਹੈ ਨਾਨਕ ਹੋਸੀ ਦਾ ਅਰਥ ਹੋਵੇਗਾ, ਰਹੇਗਾ, ਹਰ ਵੇਲੇ ਮੌਜੂਦ ਰਹੇਗਾ, ਹਰ ਵੇਲੇ ਮੌਜੂਦ ਰਹੇਗਾ। ਆਉਣ ਵਾਲਾ ਜਿਹੜਾ ਸਮਾਂ, ਅਗਾਹ ਸਮਾਂ, ਉਦੋਂ ਵੀ ਮਾਲਕ ਹੋਵੇਗਾ। ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ। ਜਦੋਂ ਯੁੱਗ ਸ਼ੁਰੂ ਹੋਏ, ਹਰ ਪਲ ਹਰ ਸਮੇਂ ਉਹ ਮਾਲਕ ਰਹਿਣ ਵਾਲਾ ਹੈ। ਐਸਾ ਵੇਲਾ ਵੀ ਮੌਜੂਦ ਹੈ, ਹੇ ਨਾਨਕ, ਜਿਹੜਾ ਇਹ ਵੇਲਾ ਇਸ ਵੇਲੇ ਵੀ ਮੌਜੂਦ ਹੈ, ਹੇ ਨਾਨਕ, ਅਗਾਂਹ ਵੀ ਸਦਾ ਕਾਇਮ ਰਹੇਗਾ। ਰੱਬ ਦੇ ਪਰਥਾਏ, ਵਾਹਿਗੁਰੂ ਦੇ ਪਰਥਾਏ ਬਾਣੀ ਦਾ ਜਿਹੜਾ ਸੁਨੇਹਾ ਹੈ, ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਆਦ ਸੱਚ ਜੁਗਾਦ ਸੱਚ। ਆਦ ਦਾ ਅਰਥ ਹੈ, ਪਾਤਸ਼ਾਹ ਜੀ ਕਹਿ ਰਹੇ ਨੇ ਸੱਚ ਹੈ ਜਿਹੜਾ ਉਹ ਮੁੱਢ ਤੋਂ ਰਹਿਣ ਵਾਲਾ ਹੈ। ਜੁਗਾਦ ਸੱਚ, ਜੁਗਾਂ ਤੋਂ ਹੀ ਚੱਲ ਰਿਹਾ ਉਹ ਮਾਲਕ ਵਾਹਿਗੁਰੂ।
ਅੱਗੇ ਮਹਾਰਾਜ ਕਹਿੰਦੇ ਹੈ ਭੀ ਦਾ ਅਰਥ ਹੈ ਪੇ, ਇਥੇ ਸ਼ਬਦ ਹੈ ਪੇ ਦਾ ਅਰਥ ਹੈ ਗਿਆ ਪੀ ਹੈ। ਨਾਨਕ ਹੋਸੀ ਭੇ, ਅੱਗੇ ਹੋਏਗਾ ਵੀ। ਅੱਗੇ ਅਸਤਪਦੀ ਦੀ ਵਿਚਾਰ ਸ਼ੁਰੂ ਹੁੰਦੀ ਹੈ ਜੀ। ਸਤਿਗੁਰੂ ਜੀ ਕਹਿ ਰਹੇ ਨੇ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਸਤ ਦਾ ਅਰਥ ਸਦਾ ਸਥਿਰ ਰਹਿਣ ਵਾਲਾ, ਅਟਲ। ਪਰਸਨਹਾਰ ਦਾ ਅਰਥ ਹੁੰਦਾ ਜੀ ਚਰਨਾਂ ਨੂੰ ਛੋਹਣਾ, ਚਰਨ ਪ੍ਰਸੰਨ ਕਰਨੇ। ਇੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ, ਪ੍ਰਭੂ ਦੇ ਚਰਨ ਸਦਾ ਥਿਰ ਰਹਿਣ ਵਾਲੇ ਹਨ। ਚਰਨਾਂ ਨੂੰ ਛੋਹਣ ਵਾਲੇ ਸੇਵਕ ਅਟਲ ਹੋ ਜਾਂਦੇ ਹਨ। ਪ੍ਰਭੂ ਦੀ ਪੂਜਾ ਇੱਕ ਸਦਾ ਨਿਭਣ ਵਾਲਾ ਕੰਮ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਸੋ ਪੂਜਾ ਕਰਨ ਵਾਲੇ ਸਦਾ ਲਈ ਅਟਲ ਹੋ ਜਾਂਦੇ ਨੇ। ਇੱਥੇ ਦੋ ਸ਼ਬਦ ਵਰਤੇ ਜੀ, ਚਰਨਾਂ ਨੂੰ ਪਰਸਣਾ, ਚਰਨਾਂ ਨੂੰ ਛੋਹਣਾ। ਜਦੋਂ ਅਸੀਂ ਬਾਣੀ ਦੀ ਵਿਚਾਰ ਨੂੰ ਪੜਾਂਗੇ ਨਾ ਵੀ ਰੱਬ ਦੇ ਚਰਨ ਕਿਹੜੇ ਨੇ, ਵਾਹਿਗੁਰੂ ਦੇ ਚਰਨ ਕਿਹੜੇ ਨੇ। ਪਿੱਛੇ ਆਪਾਂ ਸ਼ਲੋਕ ਅੰਦਰ ਪੜ੍ਹਿਆ ਸੀ, ਰੂਪ ਨਾ ਰੰਗ ਨਾ ਰੇ ਕਿਸ ਤ੍ਰੈਗੁਣ ਤੇ ਪ੍ਰਭੇ, ਉਹਦਾ ਕੋਈ ਰੂਪ ਰੰਗ ਤਾਂ ਹੈ ਨਹੀਂਗਾ। ਹੁਣ ਅੱਖਰੀ ਅਰਥ ਦੇ ਨਾਲ ਸਾਨੂੰ ਭਾਵ ਨੂੰ ਵਿਚਾਰਨਾ ਪੈਂਦਾ ਹੈ। ਗੁਰਬਾਣੀ ਦੇ ਭਾਵ ਨੂੰ ਪੜ੍ਹਨਾ ਪਵੇਗਾ, ਸਮਝਣਾ ਪਵੇਗਾ। ਰੱਬ ਦੇ ਚਰਨ ਕਿਹੜੇ ਨੇ, ਰੱਬ ਦੇ ਚਰਨ ਕਿਵੇਂ ਅਸੀਂ ਪਰਸਨ ਕਰੀਏ। ਇੱਥੇ ਜਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਪਿਆਰ ਵਾਲੇ ਚਰਨ ਅਤੇ ਸੁਰਤੀ ਨੂੰ ਉੱਚਾ ਕਰ ਲੈਣਾ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਅੰਦਰ ਪਿਆਰ ਜਾਗਿਆ, ਟਿਕਾ ਬਣ ਗਿਆ, ਫਿਰ ਚਰਨਾਂ ਨੂੰ ਵੀ ਪਰਸ ਲਵੇਂਗਾ। ਇੱਥੇ ਸਤਿਗੁਰੂ ਜੀ ਕਹਿ ਰਹੇ ਨੇ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਦ। ਜਿਹੜਾ ਉਸ ਮਾਲਕ ਦਾ ਪੱਲਾ ਫੜਦਾ ਹੈ, ਇੱਕ ਰੱਬ ਨਾਲ ਵਾਹਿਗੁਰੂ ਨਾਲ ਜੁੜ ਜਾਂਦਾ, ਉਹਦੇ ਚਰਨਾਂ ਨੂੰ ਪਰਸਦਾ ਹੈ, ਮਹਾਰਾਜ ਕਹਿੰਦੇ ਉਹ ਵੀ ਅਟਲ ਹੋ ਜਾਂਦਾ, ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ। ਪੂਜਾ ਸਤ ਸਤ ਸੇਵਦਾਰ, ਜੋ ਮਨੁੱਖ ਇੱਕ ਮਾਲਕ ਦੀ ਪੂਜਾ ਕਰਦਾ ਹੈ, ਵਾਹਿਗੁਰੂ ਦੀ ਪੂਜਾ ਕਰਦਾ ਹੈ, ਇੱਕ ਮਾਲਕ ਨੂੰ ਧਿਆਉਂਦਾ, ਇੱਕ ਮਾਲਕ ਨੂੰ ਮੰਨਦਾ ਹੈ, ਮਹਾਰਾਜ ਕਹਿੰਦੇ ਉਹਦੀ ਪੂਜਾ ਵੀ ਥਾਂ ਪੈ ਜਾਂਦੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਣਹਾਰ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ ਪ੍ਰਭੂ ਸਦਾ ਹੋਂਦ ਵਾਲਾ ਹੈ। ਉਸ ਦੀ ਟਿਕਾਈ ਹੋਈ ਜਿਹੜੀ ਰਚਨਾ ਨਾ ਉਹ ਵੀ ਹੋਂਦ ਵਾਲੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਪ੍ਰਭੂ ਆਪ ਗੁਣ ਰੂਪ ਹੋ ਕੇ ਆਪ ਹੀ ਗੁਣਾ ਪੈਦਾ ਕਰਨ ਵਾਲਾ ਹੈ, ਗੁਣ ਵੀ ਆਪ ਪੈਦਾ ਕਰਨ ਵਾਲਾ। ਮਹਾਰਾਜ ਕਹਿੰਦੇ ਇੱਥੇ ਸ਼ਬਦ ਵਰਤਿਆ ਜੀ ਉਸ ਦੀ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਹੈ। ਸਤਿਗੁਰ ਮਹਾਰਾਜ ਕਹਿ ਰਹੇ ਨੇ ਇਸ ਪੰਕਤੀ ਅੰਦਰ ਦਰਸ਼ਨ ਸਤ ਸਤ ਪੇਖਣਹਾਰ, ਰੱਬ ਦਾ ਦੀਦਾਰ, ਰੱਬ ਦਾ ਦਰਸ਼ਨ, ਉਸ ਹੋਂਦ ਵਾਲੇ ਮਾਲਕ ਦਾ ਦਰਸ਼ਨ ਜਦੋਂ ਅਸੀਂ ਵੇਖਦੇ ਹਾਂ, ਪੇਖਣਹਾਰ ਉਹਦਾ ਦੀਦਾਰ ਕਰਦੇ ਹਾਂ ਆਪਣੇ ਆਪੇ ਚੋਂ, ਆਪਣੇ ਅੰਦਰੋਂ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਮਾਲਕ ਪ੍ਰਮਾਤਮਾ ਵੀ ਸਭ ਨੂੰ ਵੇਖਦਾ। ਨਾਮ ਸਤ ਸਤ ਧਿਆਵਣਹਾਰ, ਸਤਿਗੁਰੂ ਜੀ ਕਹਿ ਰਹੇ ਨੇ ਜੀ ਉਸ ਮਾਲਕ ਦਾ ਨਾਮ ਧਿਆ ਕਰਕੇ, ਉਸ ਮਾਲਕ ਨੂੰ ਸਿਮਰ ਕੇ, ਉਸ ਮਾਲਕ ਨੂੰ ਚੇਤੇ ਕਰਕੇ ਖਲਕਤ ਅੰਦਰੋਂ, ਦੁਨੀਆ ਅੰਦਰੋਂ, ਸੰਸਾਰ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਇੱਥੇ ਇੱਕ ਸ਼ਬਦ ਵਰਤਿਆ ਵੀ ਉਹਦੀ ਰਚਨਾ ਵੀ ਸੱਚੀ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਇੱਕ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਜਿਹੜੀ ਜਗ ਦੀ ਰਚਨਾ ਉਹ ਝੂਠੀ ਹੈ, ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ। ਇੱਕ ਥਾਂ ਤੇ ਮਹਾਰਾਜ ਨੇ ਸ਼ਬਦ ਵਰਤਿਆ ਇਹ ਸੰਸਾਰ ਉਸ ਮਾਲਕ ਦੀ ਕੋਠੜੀ ਹੈ। ਜਿੱਥੇ ਮਹਾਰਾਜ ਨੇ ਸ਼ਬਦ ਵਰਤਿਆ ਵੀ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ, ਜਗ ਰਚਨਾ ਸਭ ਝੂਠਾ ਹੈ ਜਾਣ ਲਿਓ ਰੇ ਮੀਤ। ਇੱਕ ਥਾਂ ਤੇ ਇਸ ਤਰ੍ਹਾਂ ਵੀ ਕਹਿ ਦਿੱਤਾ ਮਹਾਰਾਜ ਨੇ ਜਗ ਦੀ ਰਚਨਾ ਝੂਠੀ ਹੈ ਮਿੱਤਰਾ ਜਾਣ। ਇੱਥੇ ਭਾਵ ਕੀ ਹੈ, ਆ ਜਿਹੜਾ ਸਰੀਰ ਆ ਨਾ ਇਹ ਵਿਣਸੇਗਾ, ਖਤਮ ਹੋਵੇਗਾ। ਜਿਹੜੇ ਤੇਰੇ ਕੀਤੇ ਕਰਮ ਨੇ, ਕਮਾਏ ਕਰਮ ਨੇ, ਉਹਨਾਂ ਨੇ ਅਮਰ ਹੋਣਾ ਹੈ।
ਸਰੀਰ ਵਿਨਸ ਜਾਵੇਗਾ, ਸਰੀਰ ਨਹੀਂ ਰਹਿੰਦਾ ਕਿਸੇ ਦਾ ਵੀ। ਉਹ ਕਰਮ ਕਰਕੇ ਜਾ ਜਿਹੜੇ ਕਰਮਾਂ ਕਰਕੇ ਵੀ ਤੈਨੂੰ ਵੀ ਕੋਈ ਯਾਦ ਕਰ ਲਵੇ। ਇੱਥੇ ਗੁਰੂ ਸਾਹਿਬ ਜੀ ਅੱਗੇ ਸਮਝਾ ਰਹੇ ਨੇ ਜੀ, ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ। ਮਹਾਰਾਜ ਕਹਿੰਦੇ ਆਪ ਹੀ ਉਹ ਮਾਲਕ ਸੱਚਾ ਹੈ, ਆਪ ਹੀ ਸਭ ਕੁਝ ਬਣਾਉਣ ਵਾਲਾ ਹੈ। ਆਪੇ ਗੁਣਕਾਰੀ, ਗੁਣਾਂ ਨੂੰ ਪੈਦਾ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ। ਅੱਗੇ ਮਹਾਰਾਜ ਕਹਿ ਰਹੇ ਨੇ ਸ਼ਬਦ ਦੇ ਨਾਲ ਧਿਆਨ ਜੋੜ ਕੇ, ਸ਼ਬਦ ਨਾਲ ਸਾਂਝ ਬਣਾ ਕੇ ਪਾਤਸ਼ਾਹ ਜੀ ਕਹਿ ਰਹੇ ਨੇ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਕਾਇਮ ਰਹਿਣ ਵਾਲਾ ਹੈ। ਸ਼ਬਦ ਨੂੰ ਉਚਾਰਨ ਕਰਨ ਵਾਲਾ, ਸ਼ਬਦ ਨੂੰ ਗਾਉਣ ਵਾਲਾ ਥਿਰ ਹੋ ਜਾਂਦਾ ਹੈ। ਪ੍ਰਭੂ ਵਿੱਚ ਸੁਰਤ ਜੋੜਨੀ ਸੱਚਾ ਕਰਮ ਹੈ। ਪ੍ਰਭੂ ਦਾ ਜਸ ਸੁਣਨ ਵਾਲਾ ਮਨੁੱਖ ਆਪਣੇ ਸ਼ਰਵਣਾਂ ਨੂੰ, ਆਪਣੇ ਕੰਨਾਂ ਨੂੰ ਵੀ ਸੱਚੇ ਬਣਾ ਲੈਂਦਾ ਹੈ। ਇਹ ਵੀ ਸੱਚਾ ਕਰਮ ਹੈ। ਗੁਰੂ ਸਾਹਿਬ ਜੀ ਇੱਥੇ ਕਹਿ ਰਹੇ ਨੇ ਜੀ, ਆਪ ਸਤ ਸਤ ਸਭ ਧਾਰੀ, ਆਪੇ ਗੁਣਕਾਰੀ। ਅੱਗੇ ਸ਼ਬਦ ਵਰਤਿਆ, ਸ਼ਬਦ ਸਤ ਸਤ ਪ੍ਰਭ ਵਕਤਾ। ਜੋ ਮਾਲਕ ਦੇ ਸ਼ਬਦ ਨੂੰ ਸੁਣਦਾ ਹੈ, ਪ੍ਰਭੂ ਨੂੰ ਸੁਣਦਾ ਹੈ ਧਿਆਨ ਨਾਲ ਸੁਰਤ ਜੋੜ ਕੇ, ਸੁਰਤ ਸਤ ਸਤ ਜੇ ਸੁਣਤਾ, ਉਹਦੀ ਸੁਰਤ ਵੀ ਸੱਚੀ ਹੋ ਜਾਂਦੀ ਹੈ ਅਤੇ ਉਹਦੇ ਸ਼ਰਵਣ ਵੀ ਸੱਚੇ ਹੋ ਜਾਂਦੇ ਨੇ। ਬੂਝਨਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਅਖੀਰ ਦੇ ਵਿੱਚ ਮਹਾਰਾਜ ਇਹ ਗੱਲ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿੰਦੇ ਉਸ ਹੋਂਦ ਵਾਲੇ ਨੂੰ ਸਮਝਣ ਵਾਲਾ, ਜੇ ਕੋਈ ਹੋਂਦ ਵਾਲੇ ਪ੍ਰਮਾਤਮਾ ਨੂੰ ਸਮਝ ਲਵੇ, ਪਾਤਸ਼ਾਹ ਜੀ ਕਹਿ ਰਹੇ ਨੇ ਸਮਝਣ ਵਾਲੇ ਨੂੰ ਵੀ ਉਸ ਦਾ ਰਚਿਆ ਜਗਤ ਵੀ ਹਸਤੀ ਵਾਲਾ ਦਿਸਦਾ ਹੈ, ਭਾਵ ਮਿਥਿਆ ਨਹੀਂ ਦਿਸਦਾ। ਹੇ ਨਾਨਕ, ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਆਪ ਹੀ ਸਰੀਰਾਂ ਅੰਦਰ ਜਿੰਦ ਪਾਉਣ ਵਾਲਾ ਹੈ। ਜਗਤ ਦੀ ਰਚਨਾ ਚੱਲ ਰਹੀ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਿਸ ਮਨੁੱਖ ਨੇ ਅਟਲ ਪ੍ਰਭੂ ਦਾ, ਉਸ ਮਾਲਕ ਦੀ ਮੂਰਤ ਨੂੰ ਸਦਾ ਮਨ ਵਿੱਚ ਟਿਕਾ ਲਿਆ, ਕਿਉਂਕਿ ਸਤਿਗੁਰੂ ਦੀ ਮੂਰਤ ਕਿੱਥੇ ਆ? ਮਨ ਦੇ ਵਿੱਚ ਹੈ ਨਾ। ਰੱਬ ਦੀ ਮੂਰਤ ਮਨ ਦੇ ਵਿੱਚ ਹੈ। ਜਿਹਨੇ ਆਪਣੇ ਆਪੇ ਦੀ ਪਛਾਣ ਕਰ ਲਈ, ਆਪਣੇ ਅੰਦਰੋਂ ਆਪਣੇ ਆਪ ਨੂੰ ਘੋਖ ਲਿਆ, ਪੜਚੋਲ ਲਿਆ, ਉਹਨੇ ਪ੍ਰਮਾਤਮਾ ਦੇ ਦੀਦਾਰ ਕਰ ਲਏ। ਉਸ ਨੇ ਸਭ ਕੁਝ ਕਰਨ ਵਾਲੇ ਜੀਵ ਪਾਸੋਂ ਕਰਾਉਣ ਵਾਲੇ ਜਗਤ ਦੇ ਮੂਲ ਨੂੰ ਪਛਾਣ ਲਿਆ। ਜੋ ਸਾਰੇ ਜੀਵਾਂ ਤੋਂ ਸਾਰਾ ਕੁਝ ਕਰਾਉਂਦਾ ਨਾ, ਮਾਲਕ ਵਾਹਿਗੁਰੂ ਪ੍ਰਮਾਤਮਾ, ਉਹਨੇ ਉਹਦੀ ਪਛਾਣ ਕਰ ਲਈ। ਸਤਿਗੁਰੂ ਜੀ ਕਹਿ ਰਹੇ ਨੇ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਨ ਮੂਲ ਪਛਾਨਿਆ। ਜਾ ਕੈ ਹਿਰਦੈ, ਪਾਤਸ਼ਾਹ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਵਿਸ਼ਵਾਸ ਪ੍ਰਭ ਆਇਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਹਦੇ ਹਿਰਦੇ ਵਿੱਚ ਵਿਸ਼ਵਾਸ ਬਣ ਗਿਆ, ਭਰੋਸਾ ਬਣ ਗਿਆ, ਯਕੀਨ ਬਣ ਗਿਆ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਨੂੰ ਤਤ ਗਿਆਨ ਦੀ ਸੋਝੀ ਆ ਗਈ, ਮਨ ਵਿੱਚ ਪ੍ਰਗਟ ਹੋ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਭੈ ਤੇ ਨਿਰਭਉ ਹੋਏ ਬਸਾਨਾ। ਪਾਤਸ਼ਾਹ ਜੀ ਕਹਿੰਦੇ ਅੰਦਰ ਜਿਹੜਾ ਡਰ ਸੀ ਨਾ, ਭੈ ਤੇ ਨਿਰਭਉ, ਅੰਦਰ ਦਾ ਡਰ ਹੋ ਗਿਆ, ਨਿਕਲ ਗਿਆ। ਹੁਣ ਮਨ ਨਿਰਭਉ ਹੋ ਗਿਆ। ਹੋਏ ਬਸਾਨਾ, ਜਿਸ ਤੇ ਉਪਜਿਆ ਤੇ ਸਮਾਏ ਸਮਾਨਾ। ਜਿਹਦੇ ਵਿੱਚੋਂ ਉਪਜਿਆ ਸੀ, ਜਿਹਦੇ ਵਿੱਚੋਂ ਪੈਦਾ ਹੋਇਆ ਸੀ, ਇਹ ਪ੍ਰਾਣੀ ਉਹਦੇ ਅੰਦਰ ਦੁਬਾਰਾ ਫਿਰ ਸਮਾ ਗਿਆ। ਬਸਤ ਮਾਹੇ ਲੈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਸਤਿਗੁਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਚੀਜ਼ ਨੂੰ ਲੈ ਕੇ ਉਸ ਕਿਸਮ ਦੀਆਂ ਕਈ ਚੀਜ਼ਾਂ ਹੋਰ ਉਹਦੇ ਅੰਦਰ ਰਲਾ ਦਿੱਤੀਆਂ ਜਾਣ। ਮੰਨ ਲਓ ਇੱਕ ਚੀਜ਼ ਆ, ਉਹਦੇ ਵਿੱਚ ਹੋਰ ਕਈ ਚੀਜ਼ਾਂ ਰਲਾ ਦਿੱਤੀਆਂ ਜਾਣ, ਉਹਦੇ ਵਿੱਚ ਹੀ ਮਿਲ ਜਾਂਦੀਆਂ ਨੇ। ਸਤਿਗੁਰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਤੇ ਰੱਬ ਦੇ ਜਨ ਵਿੱਚ ਕੋਈ ਫਰਕ ਨਹੀਂ ਰਹਿੰਦਾ, ਤੇ ਵੀ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਸ ਵਿੱਚ ਹੀ ਮਿਲ ਜਾਂਦਾ, ਉਹ ਤੋਂ ਵੱਖਰਾ ਨਹੀਂ ਹੈ। ਇੱਥੇ ਹੀ ਗੱਲ ਮਹਾਰਾਜ ਕਹਿ ਰਹੇ ਨੇ, ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ। ਬਸਤ ਮਾਏ ਲੈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਉਹਨੂੰ ਵੱਖਰਾ ਨਹੀਂ ਕਹਿ ਸਕਦੇ।
ਬੁੱਝੈ ਬੁੱਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਮਹਾਰਾਜ ਕਹਿੰਦੇ ਇਹਨੂੰ ਬੁੱਝਦਾ ਕੌਣ ਹੈ, ਇਹਨੂੰ ਸਮਝਦਾ ਕੌਣ ਹੈ? ਪਾਤਸ਼ਾਹ ਜੀ ਕਹਿ ਰਹੇ ਨੇ ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਬਿਰਲਾ ਸਮਝਦਾ ਹੈ। हे ਨਾਨਕ, ਜੋ ਜੀਵ ਪ੍ਰਭੂ ਨੂੰ ਮਿਲ ਪਏ ਉਹ ਸਦਾ ਉਸ ਦਾ ਰੂਪ ਹੋ ਜਾਂਦੇ ਨੇ। ਜੋ ਮਾਲਕ ਨੂੰ ਮਿਲਦੇ ਨੇ, ਜੋ ਪ੍ਰਮਾਤਮਾ ਦੀ ਪਛਾਣ ਕਰਦੇ ਨੇ, ਉਹ ਮਾਲਕ ਦਾ ਹੀ ਰੂਪ ਹੋ ਜਾਂਦੇ ਨੇ। ਅੱਗੇ ਮਹਾਰਾਜ ਉਸ ਸੇਵਕ ਦੀ, ਉਸ ਪਿਆਰੇ ਦੀ ਗੱਲ ਕਰ ਰਹੇ ਨੇ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਦਾ ਅਰਥ ਹੁੰਦਾ ਜੀ ਮਾਲਕ, ਪ੍ਰਮਾਤਮਾ ਕਹਿ ਲਓ। ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਉਹ ਸਦਾ ਹੀ ਉਸ ਦੀ ਪੂਜਾ ਕਰਦਾ ਹੈ। ਤੁਸੀਂ ਪੂਜਾ ਬਾਰੇ ਜਦੋਂ ਬਾਣੀ ਵਿੱਚੋਂ ਪੜ੍ਹੋਗੇ, ਇਹ ਨਹੀਂ ਵੀ ਰੱਬ ਨੂੰ ਖੁਸ਼ ਕਰਨ ਵਾਸਤੇ ਕਿਸੇ ਪਦਾਰਥਾਂ ਦੀ ਲੋੜ ਹੈ ਜਾਂ ਕਿਸੇ ਧਨ ਪਦਾਰਥ ਦੀ ਲੋੜ ਹੈ। ਹੁਣ ਇੱਥੇ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਆਗਿਆਕਾਰੀ ਤੇ ਪੁਜਾਰੀ। ਆਗਿਆਕਾਰੀ ਦਾ ਅਰਥ ਹੁਕਮ ਅੰਦਰ ਤੁਰਨ ਵਾਲਾ, ਪੁਜਾਰੀ ਦਾ ਅਰਥ ਆ ਪ੍ਰਮਾਤਮਾ ਦੀ ਸੇਵਾ ਕਰਨ ਵਾਲਾ, ਪੂਜਾ ਕਰਨ ਵਾਲਾ। ਕੌਣ ਬਣਦਾ? ਜੋ ਹੁਕਮ ਦੇ ਅੰਦਰ ਤੁਰਦਾ ਉਹੀ ਉਹਦੀ ਪੂਜਾ ਕਰ ਸਕਦਾ ਹੈ। ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ। ਜਿਹੜਾ ਠਾਕੁਰ ਦਾ ਸੇਵਕ ਬਣ ਗਿਆ ਉਹਦੇ ਮਨ ਵਿੱਚ ਵਿਸ਼ਵਾਸ ਬਣ ਜਾਂਦਾ ਹੈ, ਪ੍ਰਤੀਤ ਬਣ ਜਾਂਦੀ ਹੈ। ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਪਾਤਸ਼ਾਹ ਜੀ ਕਹਿੰਦੇ ਉਹਦੀ ਜ਼ਿੰਦਗੀ ਨਿਭਾਉਣ ਦਾ ਤਰੀਕਾ, ਬੋਲ ਚਾਲ, ਉਹਦਾ ਵਿਹਾਰ, ਉਹਦੀ ਰੀਤ ਨਿਰਮਲ ਬਣ ਜਾਂਦੀ ਹੈ, ਮੈਲ ਤੋਂ ਰਹਿਤ ਬਣ ਜਾਂਦੀ ਹੈ। ਭਾਵ ਉਹਦਾ ਕਰੈਕਟਰ, ਕਿਰਦਾਰ, ਆਚਰਣ ਬਹੁਤ ਉੱਚਾ ਬਣ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਾਣੈ ਸੰਗ। ਅਤੇ ਉਹ ਠਾਕੁਰ ਨੂੰ, ਪ੍ਰਮਾਤਮਾ ਨੂੰ, ਉਹਦਾ ਸੇਵਕ ਹਮੇਸ਼ਾ ਨਾਲ ਜਾਣਦਾ, ਸੰਗ ਜਾਣਦਾ। ਪ੍ਰਭ ਕਾ ਸੇਵਕ ਨਾਮ ਕੈ ਰੰਗ। ਪ੍ਰਭੂ ਦਾ ਸੇਵਕ ਨਾਮ ਦੇ ਰੰਗ ਵਿੱਚ, ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਸੇਵਕ ਕਉ ਪ੍ਰਭ ਪਾਲਣਹਾਰ। ਸੇਵਕ ਦੀ ਪਿਰਤ ਪਾਲਣਾ ਕਰਨ ਵਾਲਾ ਵੀ ਪ੍ਰਮਾਤਮਾ ਹੈ। ਸੇਵਕ ਕੀ ਰਾਖੈ ਨਿਰੰਕਾਰ, ਉਹਦੀ ਰੱਖਿਆ ਵੀ ਕਰਦਾ, ਰੱਖਦਾ ਵੀ ਹੈ, ਪੱਤ ਵੀ ਢੱਕਦਾ ਉਹਦੀ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ ਅਖੀਰ ਦੇ ਵਿੱਚ। ਪਾਤਸ਼ਾਹ ਜੀ ਕਹਿ ਰਹੇ ਨੇ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ। ਸੇਵਕ ਉਹੀ ਬਣ ਜਾਂਦਾ ਹੈ ਜਿਸ ਨੇ ਪ੍ਰਭੂ ਦੇ ਹੁਕਮ ਨੂੰ ਪਛਾਣ ਲਿਆ, ਜਿਸ ਤੇ ਪ੍ਰਭੂ ਆਪਣੇ ਮਿਹਰ ਕਰਦਾ ਹੈ, ਆਪਣੀ ਮਿਹਰ ਕਰਦਾ ਹੈ। हे ਨਾਨਕ, ਅਜਿਹਾ ਸੇਵਕ ਪ੍ਰਭੂ ਨੂੰ ਹਰ ਥਾਂ ਦੇ ਨਾਲ ਚੇਤੇ ਕਰਦਾ, ਯਾਦ ਕਰਦਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਹਰ ਸਾਂ ਦੇ ਨਾਲ ਉਹਨੂੰ ਚੇਤੇ ਕਰਦਾ, ਯਾਦ ਕਰਦਾ ਹੈ। ਅੱਗੇ 4 ਨੰਬਰ ਜਿਹੜਾ ਬੰਦਾ ਜੀ, ਸਤਿਗੁਰੂ 4 ਨੰਬਰ ਬੰਦ ਅੰਦਰ ਕਹਿ ਰਹੇ ਨੇ ਆਪਣੇ ਸੇਵਕ ਦਾ ਪਰਦਾ ਢੱਕ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ। ਪਰਦਾ ਢੱਕਣਾ ਦਾ ਅਰਥ ਕੀ ਹੁੰਦਾ ਜੀ? ਲਾਜ ਰੱਖਣਾ, ਔਗਣਾ ਨੂੰ ਔਗਣਾ ਤੇ ਪਰਦਾ ਪਾ ਦੇਣਾ। ਜਦੋਂ ਅਸੀਂ ਮਾਲਕ ਦੇ ਦਰ ਦਾ ਪੱਲਾ ਫੜ ਲੈਂਦੇ ਆ ਨਾ, ਗੁਰੂ ਅੰਦਰ, ਸਾਡੇ ਅੰਦਰ ਪਤਾ ਕੁਆਲਿਟੀ ਕੀ ਹੈ? ਗੁਰੂ ਔਗਣ ਨਹੀਂ ਚਿਤਾਰਦਾ। ਸਿੰਪਲ ਜੀ ਉਦਾਹਰਨ ਦੇਵਾਂ, ਮੰਨ ਲਓ ਜੇ ਕੋਈ ਬੰਦਾ ਭੈੜੇ ਕਰਮਾਂ ਨੂੰ ਛੱਡ ਕੇ, ਮਾੜੇ ਕੰਮਾਂ ਨੂੰ ਛੱਡ ਕੇ, ਗਲਤ ਕੰਮਾਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਤੁਰਦਾ ਨਾ, ਕਈ ਵਾਰ ਸਾਡਾ ਸਮਾਜ ਦੀ ਦਿੱਖ ਪਤਾ ਕੀ ਹੈ? ਅਸੀਂ ਉਹਨੂੰ ਤਾਨੇ ਮਿਹਣੇ ਦੇ ਕੇ ਮਾਰ ਦਿੰਦੇ ਹਾਂ। ਪਹਿਲਾਂ ਤੂੰ ਐਂ ਕਰਦਾ ਸੀ, ਪਹਿਲਾਂ ਆਹ ਕੰਮ ਕਰਦਾ ਸੀ, ਹੁਣ ਤੇਰੇ ਅੰਦਰ ਬੜਾ ਪਿਆਰ ਜਾਗਿਆ। ਪਤਾ ਨਹੀਂ ਗੁਰਬਾਣੀ ਦਾ ਸ਼ਬਦ, ਗੁਰਬਾਣੀ ਦੀ ਚੋਟ ਬੰਦੇ ਨੂੰ ਕਦੋਂ ਲੱਗ ਜਾਵੇ। ਰੱਬ ਦਾ ਜਿਹੜਾ ਸੁਭਾਅ ਨਾ, ਵਾਹਿਗੁਰੂ ਦਾ ਜਿਹੜਾ ਸੁਭਾਅ, ਉਹ ਔਗਣ ਨਹੀਂ ਚਿਤਾਰਦਾ।
ਮਾਲਕ ਦਾ ਸੁਭਾਅ ਤਾਂ ਗਲ ਨਾਲ ਲਾਉਣਾ ਹੈ। ਰੱਬ ਤਾਂ ਹਮੇਸ਼ਾ, ਵਾਹਿਗੁਰੂ ਤਾਂ ਹਮੇਸ਼ਾ ਗਲ ਨਾਲ ਲਾਉਂਦਾ ਹੈ, ਔਗਣ ਨਹੀਂ ਚਿਤਾਰਦਾ। ਇਹ ਕੁਆਲਿਟੀ ਹੈ ਗੁਰੂ ਅੰਦਰ, ਪ੍ਰਮਾਤਮਾ ਅੰਦਰ। ਸਤਿਗੁਰੂ ਜੀ ਕਹਿ ਰਹੇ ਨੇ ਆਪਣੇ ਜਨ ਕਾ, ਆਪਣੇ ਸੇਵਕ ਦਾ ਪਰਦਾ ਢੱਕ ਦਿੰਦਾ ਹੈ। ਆਪਣੇ ਸੇਵਕ ਕੇ ਸਰ ਪਰ ਰੱਖ ਹੈ। ਜੇ ਆਪਾਂ ਇਹਨੂੰ ਸਮਾਜ ਅੰਦਰ ਲਾ ਕੇ ਵੇਖਾਂਗੇ ਜੀ, ਬਹੁਤ ਘੱਟ ਲੋਕ ਹੁੰਦੇ ਨੇ ਪਰਦਾ ਢੱਕਣ ਵਾਲੇ। ਨਹੀਂ ਤਾਂ ਸਾਰੇ ਇੱਥੇ ਅਸੀਂ ਵੇਖਦੇ ਹਾਂ ਇੱਕ ਦੂਜੇ ਦੀ ਨਿੰਦਿਆ ਕਰਨੀ, ਚੁਗਲੀ ਕਰਨੀ। ਅਸਲ ਦੋਸਤ, ਅਸਲ ਸੱਚਾ ਮਿੱਤਰ ਬਹੁਤ ਸਮਾਜ ਅੰਦਰ ਗੱਲਾਂ ਵਾਪਰਦੀਆਂ ਨੇ। ਕਈ ਵਾਰ ਅਸੀਂ ਪਰਿਵਾਰ ਦੀ, ਮੰਨ ਲਓ ਪਰਿਵਾਰ ਅੰਦਰ ਕੋਈ ਗੱਲ ਵਾਪਰ ਜਾਵੇ ਨਾ, ਅਸੀਂ ਕਿਸ ਤਰ੍ਹਾਂ ਉਡਾਉਂਦੇ ਹਾਂ, ਉੱਚੀ ਉੱਚੀ ਬੋਲ ਬੋਲ ਕੇ ਮਹਿਫਲਾਂ ਅੰਦਰੋਂ ਉਹ ਗੱਲ ਦਾ ਕਿੰਨਾ ਜਲੂਸ ਕੱਢਦੇ, ਦੱਸਦੇ ਹਾਂ ਵੀ ਉਹਦੇ ਨਾਲ ਇਸ ਤਰ੍ਹਾਂ ਵਾਪਰ ਗਿਆ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੁਭਾਅ। ਇਹਨਾਂ ਕੰਮਾਂ ਨੂੰ ਤਿਆਗਣਾ ਚਾਹੀਦਾ ਜ਼ਿੰਦਗੀ ਅੰਦਰੋਂ। ਪਾਤਸ਼ਾਹ ਜੀ ਕਹਿ ਰਹੇ ਨੇ ਆਪਣੇ ਜਨ ਕਾ ਪਰਦਾ ਢੱਕ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਆਪਣੇ ਦਾਸ ਕਉ ਦੇ ਵਡਾਈ। ਆਪਣੇ ਸੇਵਕ ਨੂੰ ਵਡਿਆਈ ਵੀ ਦਿੰਦਾ ਉਹ। ਆਪਣੇ ਸੇਵਕ ਕੋ ਨਾਮ ਜਪਾਈ, ਨਾਮ ਵੀ ਉਹੀ ਜਪਾਉਂਦਾ। ਆਪਣੇ ਸੇਵਕ ਕੀ ਆਪਤ ਰੱਖ ਹੈ, ਪਤ ਰੱਖਣ ਵਾਲਾ ਵੀ ਉਹ ਆਪ ਹੀ ਹੈ। ਤਾਂ ਕਿ ਗਤ ਮਿਤ ਕੋਈ ਨਾ ਲੱਖ ਹੈ, ਉਹਦੀ ਗਤ ਨੂੰ, ਉਹਦੀ ਮਿੱਤ ਨੂੰ ਕੋਈ ਲੱਖ ਨਹੀਂ ਸਕਦਾ, ਸਮਝ ਨਹੀਂ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਰੱਬ ਦੇ ਸੇਵਕ ਤੱਕ, ਰੱਬ ਦੇ ਪਿਆਰੇ ਤੱਕ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ। ਉਸ ਦੀ ਉੱਚੀ ਜਿਹੜੀ ਅਵਸਥਾ ਬਣ ਜਾਂਦੀ ਹੈ, ਉਹਦੇ ਜੀਵਨ ਦੀ ਜਿਹੜੀ ਸੂਝ ਬੂਝ ਆ ਉਹ ਦੁਨੀਆ ਨਾਲੋਂ ਵੱਖਰੀ ਹੋ ਜਾਂਦੀ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਅਧਾ ਦਿਸ ਪ੍ਰਗਟਾਇਆ। ਪਾਤਸ਼ਾਹ ਜੀ ਕਹਿ ਰਹੇ ਨੇ ਹੇ ਨਾਨਕ, ਉਹ ਸੇਵਕ ਸਾਰੇ ਜਗਤ ਵਿੱਚ ਪ੍ਰਗਟਿਆ ਹੈ, ਪ੍ਰਗਟ ਹੋ ਗਿਆ, ਜਿਸ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ। ਸੰਸਾਰ ਅੰਦਰ ਉਹਦਾ ਨਾਮਣਾ ਉੱਚਾ ਹੋ ਗਿਆ, ਜੋ ਮਾਲਕ ਦੇ ਗੁਣਾਂ ਨੂੰ ਪਛਾਣ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ। ਗੁਰੂ ਕਿਰਪਾ ਕਰੇ ਜੀ। ਇਹ ਸੀ ਲੜੀਵਾਰ ਵਿਚਾਰ ਜਿਹੜੀ ਆਪਾਂ ਰੋਜ਼ਾਨਾ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, ਗੁਰਬਾਣੀ ਦੀ ਵਿਚਾਰ। ਸੁਖਮਨੀ ਸਾਹਿਬ ਦੀ ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ, ਆਪਾਂ 285 ਅੰਕ ਤੇ ਪਹੁੰਚੇ ਹਾਂ ਜੀ, ਲੜੀਵਾਰ ਵਿਚਾਰ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਆਓ ਗੁਰਮੁਖੋ, ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਬਾਰੇ, ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਜਿਹੜੀ ਆਪਾਂ ਗੱਲ ਕੀਤੀ ਸੀ, ਆਨੰਦਪੁਰ ਦੀ ਪਹਿਲੀ ਲੜਾਈ, ਆਨੰਦਪੁਰ ਦੀ ਦੂਸਰੀ ਲੜਾਈ, ਜੰਗ ਲੱਗਣ ਦੇ ਕਾਰਨ ਕੀ ਬਣਦੇ ਨੇ, ਕਿਉਂ ਜੰਗ ਲੱਗਦੀ ਹੈ, ਪਹਾੜੀ ਰਾਜਿਆਂ ਦੇ, ਮੁਗਲ ਫੌਜਾਂ ਦੇ, ਔਰੰਗਜ਼ੇਬ ਵਰਗਿਆਂ ਦੇ। ਆਨੰਦਪੁਰ ਦੇ ਜਿਹੜਾ ਉਹ ਕਿਲ੍ਹਾ ਹੈ, ਆਨੰਦਪੁਰ ਵਿੱਚ ਮਹਾਰਾਜ ਰਹਿ ਰਹੇ ਨੇ, ਉਹ ਅੱਖਾਂ ਵਿੱਚ ਰੜਕਦਾ ਹੈ। ਸਿੱਖੀ ਦਾ ਵੱਧ ਰਿਹਾ ਪ੍ਰਭਾਵ, ਸਿੱਖੀ ਦਾ ਵੱਧ ਰਿਹਾ